ਸਾਡੇ ਸਾਰੇ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ ਮੁਬਾਰਕਾਂ। ਜਿਨ੍ਹਾਂ ਦੇ ਘਰ ਬੇਟੀ ਹੋਈ ਹੈ, ਬੇਟਾ ਹੋਇਆ ਹੈ ਤੇ ਪਹਿਲੀ ਲੋਹੜੀ ਹੈ, ਉਹਨਾਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਜੀ। ਪ੍ਰਮਾਤਮਾ ਕਰੇ ਕਿ ਖੁਸ਼ੀਆਂ ਖੇੜਿਆਂ ਦੇ ਦਿਨ ਜਿਹੜੇ ਨੇ ਸਾਡੀ ਜ਼ਿੰਦਗੀ ਵਿੱਚੋਂ ਕਦੀ ਵੀ ਨਾ ਜਾਣ, ਇਹ ਬਾਰ-ਬਾਰ ਐਂ ਪਰਤ ਕੇ ਵਾਪਿਸ ਆਉਂਦੇ ਰਹਿਣ ਤੇ ਅਸੀਂ ਖੁਸ਼ੀਆਂ ਖੇੜੇ ਜਿਹੜੇ ਨੇ ਉਹ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ। ਸਾਰਿਆਂ ਲਈ ਦਿਨ ਬਹੁਤ ਵਧੀਆ ਚੜ੍ਹੇ, ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਹੈ ਲੋਹੜੀ ਸੈਲੀਬ੍ਰੇਟ ਕਰਨਾ। ਜਿਵੇਂ ਕਿ ਪਿਛਲੇ ਹਫ਼ਤੇ ਅਸੀਂ ਗੱਲ ਕੀਤੀ ਸੀ ਫੈਮਿਲੀ ਲਾਅ ਦੀ। ਪਰਿਵਾਰਾਂ ਦੀ ਜਦੋਂ ਗੱਲ ਹੁੰਦੀ ਹੈ ਤਾਂ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਪਰਿਵਾਰਾਂ ਨਾਲ ਸੰਬੰਧਿਤ ਛੋਟੀ ਚੀਜ਼ ਆ ਉਸ ਦਾ ਖਿਆਲ ਰੱਖਿਆ ਜਾਏ। ਇਸ ਲਈ ਫੈਮਿਲੀ ਲਾਅ ਦੀ ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਤੇ ਅੱਜ ਵੀ ਫੈਮਿਲੀ ਲਾਅ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਪ੍ਰੋਵਿੰਸ਼ੀਅਲ ਕੋਰਟ ਰੂਲ ਦੀ ਅਸੀਂ ਗੱਲ ਕਰਾਂਗੇ ਕਿ ਪ੍ਰੋਵਿੰਸ਼ੀਅਲ ਕੋਰਟ ਰੂਲ ਜਿਹੜੇ ਨੇ ਉਹ ਕੀ ਹੁੰਦੇ ਨੇ, ਉਹ ਨਿਯਮ ਸੈੱਟ ਕਿਵੇਂ ਹੁੰਦੇ ਨੇ, ਉਹ ਕਿਵੇਂ ਆਪਣਾ ਕੰਮ ਕਰਦੇ ਨੇ। ਸੋ ਇਸ ਸੰਬੰਧੀ ਅਸੀਂ ਗੱਲਬਾਤ ਕਰਾਂਗੇ। ਤੇ ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਲੀਗਲ ਏਡ BC ਸਮੇਂ-ਸਮੇਂ 'ਤੇ ਲੋਕਾਂ ਨੂੰ ਜਿਹੜੀਆਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਾਉਂਦੇ ਰਹਿੰਦੇ ਨੇ ਤੇ ਜਿਹੜਾ ਇਹ ਸਮਾਂ ਵੀ ਹੈ ਇਹ ਲੀਗਲ ਏਡ BC ਦੇ ਵੱਲੋਂ ਜਿਹੜਾ ਉਹ ਸਪੋਂਸਰ ਕੀਤਾ ਗਿਆ। ਸੋ ਅੱਜ ਅਸੀਂ ਇਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਲੀਗਲ ਏਡ BC ਸੰਬੰਧੀ ਗੱਲਬਾਤ ਕਰਨ ਦੇ ਲਈ ਬਲਜਿੰਦਰ ਕੌਰ ਜੁੜਨ ਜਾ ਰਹੇ ਨੇ ਤੇ ਬਲਜਿੰਦਰ ਕੌਰ ਜੋ ਕਿ ਲੀਗਲ ਏਡ BC ਦੇ ਕਮਿਊਨਿਟੀ ਟ੍ਰੇਨਿੰਗ ਐਂਡ ਆਊਟਰੀਚ ਕੋਆਰਡੀਨੇਟਰ ਨੇ। ਉਹਨਾਂ ਨਾਲ ਅਸੀਂ ਗੱਲ ਕਰਾਂਗੇ ਲੀਗਲ ਏਡ BC ਸੰਬੰਧੀ ਤੇ ਉਸ ਤੋਂ ਬਾਅਦ ਅਸੀਂ ਚੰਦਨ ਸਬਰਵਾਲ ਦੇ ਨਾਲ, ਜਿਵੇਂ ਕਿ ਪਿਛਲੇ ਹਫ਼ਤੇ ਗੱਲ ਕੀਤੀ ਸੀਗੀ, ਸਬਰਵਾਲ ਗਰੁੱਪ ਦੇ ਮੈਂਬਰ ਨੇ ਨਾਲ ਜੁੜੇ ਹੋਏ ਨੇ ਚੰਦਨ ਸਬਰਵਾਲ, ਉਹਨਾਂ ਨਾਲ ਵੀ ਇਸ ਸੰਬੰਧੀ ਅਸੀਂ ਗੱਲ ਕਰਾਂਗੇ ਕਿ ਆਖਿਰਕਾਰ ਇਸ ਲਾਅ ਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਬਲਜਿੰਦਰ ਕੌਰ ਜੀ ਜੁੜੇ ਹੋਏ ਨੇ। ਬਲਜਿੰਦਰ ਜੀ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਤੁਹਾਡਾ ਸ਼ੈਰੀ ਜੀ, ਬਹੁਤ ਚੈਨਲ ਪੰਜਾਬੀ ਦਾ ਬਹੁਤ ਧੰਨਵਾਦ ਸਾਨੂੰ ਇੱਥੇ ਸੱਦਾ ਦੇਣ ਦੇ ਲਈ। ਤੇ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਲੋਹੜੀ ਦੀਆਂ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ, ਆਮਦ, ਸਬਰ ਸੰਤੋਖ, ਹਰ ਤਰ੍ਹਾਂ ਦੇ ਮੇਵੇ ਲੈ ਕੇ ਆਵੇ। ਮੇਰਾ ਨਾਮ ਬਲਜਿੰਦਰ ਗਿੱਲ ਹੈ ਜੀ। ਜਿਵੇਂ ਸ਼ੈਰੀ ਨੇ ਦੱਸਿਆ, ਮੈਂ ਲੀਗਲ ਏਡ BC ਦੇ ਨਾਲ ਕਮਿਊਨਿਟੀ ਟ੍ਰੇਨਿੰਗ ਐਂਡ ਆਊਟਰੀਚ ਕੋਆਰਡੀਨੇਟਰ ਦੇ ਤੌਰ ਦੇ ਉੱਤੇ ਕੰਮ ਕਰਦੀ ਹਾਂ। ਲੀਗਲ ਏਡ BC ਸਮੇਂ ਦੇ ਵਿੱਚ ਕਾਨੂੰਨ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਲੀਗਲ ਏਡ BC ਦਾ ਰੋਲ ਕੀ ਹੈ ਕਿ ਜਦੋਂ ਕੋਈ ਵੀ ਕਿਸੇ ਵੀ ਕਾਨੂੰਨਨ ਜ਼ੁਰਮ ਦੇ ਵਿੱਚ ਫਸ ਜਾਂਦਾ, ਭਾਵੇਂ ਉਹ ਕ੍ਰਿਮੀਨਲ ਲਾਅ ਹੋਵੇ ਜਾਂ ਤੁਸੀਂ ਘਰੇਲੂ ਝਗੜਿਆਂ ਦੇ ਵਿੱਚ ਫਸ ਜਾਂਦੇ ਹੋ, ਪਰਿਵਾਰਕ ਲਾਅ ਹੋਵੇ, ਚਾਈਲਡ ਪ੍ਰੋਟੈਕਸ਼ਨ, ਤੁਹਾਡੇ ਬੱਚਿਆਂ ਦੇ ਸੰਬੰਧੀ ਕੋਈ ਮੁਸ਼ਕਲ ਹੋਵੇ, ਤੁਹਾਡੇ ਬੱਚਿਆਂ ਨੂੰ ਮਿਨਿਸਟਰੀ ਨੇ ਲੈਣਾ ਚਾਹੁੰਦੀ ਹੋਵੇ ਮਿਨਿਸਟਰੀ, ਜਾਂ ਫਿਰ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੋਵੇ। ਇਮੀਗ੍ਰੇਸ਼ਨ ਦੇ ਵਿੱਚ ਜਿਹੜੀ ਲੀਗਲ ਏਡ ਬਹੁਤ ਲਿਮਿਟਿਡ ਹੁੰਦੀ ਹੈ। ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਆਪਾਂ ਅਗਲੇ ਹਫ਼ਤੇ ਗੱਲ ਕਰਾਂਗੇ, ਪਰ ਅੱਜ ਜਿਹੜਾ ਸਾਡਾ ਮਕਸਦ ਹੈ ਉਹ ਹੈਗਾ ਪਰਿਵਾਰਿਕ ਕਾਨੂੰਨ ਦੇ ਉੱਤੇ। ਪਰਿਵਾਰਿਕ ਕਾਨੂੰਨ ਦੇ ਵਿੱਚ ਤਬਦੀਲੀਆਂ ਹੋਣ ਜਾ ਰਹੀਆਂ ਨੇ। ਸਰੀ ਕੋਰਟ ਹਾਊਸ ਇੱਕ ਪਾਇਲਟ ਪ੍ਰੋਜੈਕਟ ਚਲਾ ਰਹੀ ਹੈ ਇਸ ਵੇਲੇ ਇਹਨਾਂ ਤਬਦੀਲੀਆਂ ਨੂੰ ਦੇਖਣ ਦੇ ਲਈ ਕਿ ਇਹ ਤਬਦੀਲੀਆਂ ਕਿਵੇਂ ਕੰਮ ਕਰਨਗੀਆਂ। ਲੀਗਲ ਏਡ BC ਦੇ ਵੱਲੋਂ ਮੇਰਾ ਰੋਲ ਜਿਹੜਾ ਹੈਗਾ ਉਹ ਹੁੰਦਾ ਕਿ ਸਾਰੇ ਸੂਬੇ ਦੇ ਵਿੱਚ ਮੈਂ ਕਾਨਫਰੰਸਿਸ ਤੇ ਵਰਕਸ਼ਾਪਸ ਕਰਦੀ ਹਾਂ। ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਾਡੇ ਨਾਲ ਅੱਜ ਨੇ ਚੰਦਨ ਸਬਰਵਾਲ, ਚੈਨਲ ਪੰਜਾਬੀ ਦਾ ਫਿਰ ਤੋਂ ਤਹਿ ਦਿਲ ਤੋਂ ਧੰਨਵਾਦ। ਤੇ ਚੰਦਨ ਸਬਰਵਾਲ ਦਾ ਮੈਂ ਕਦੀ ਵੀ ਥੈਂਕ ਯੂ ਨਹੀਂ ਕਰ ਸਕਦੀ। ਇਹ ਹਮੇਸ਼ਾ ਮੇਰੇ ਨਾਲ ਹੁੰਦੇ ਨੇ ਜਦੋਂ ਵੀ ਮੈਨੂੰ ਕਦੀ ਇਹਨਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸੋਹਣੀ ਟ੍ਰੇਨਿੰਗ ਜਿਹੜੀ ਹੈ ਪ੍ਰੋਵਾਈਡ ਕਰਦੇ ਨੇ। ਸੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਪੰਜਾਬੀ ਬੋਲਣ ਵਾਲੀ ਵਕੀਲ, ਜਿਹੜੀਆਂ ਕਿ ਅੱਜ ਕੱਲ ਬਹੁਤ ਘੱਟ ਸਾਡੀਆਂ ਵਕੀਲ ਨੇ ਪੰਜਾਬੀ ਬੋਲਣ ਵਾਲੀਆਂ, ਮਾਣ ਮਹਿਸੂਸ ਹੁੰਦਾ ਜਦੋਂ TV ਦੇ ਉੱਤੇ ਆ ਕੇ, ਮੀਡੀਆ ਦੇ ਉੱਤੇ ਆ ਕੇ ਤੁਹਾਡੇ ਨਾਲ ਗੱਲ ਕਰਦੇ ਨੇ। ਸੋ ਸ਼ੈਰੀ ਗੱਲ ਕਰਨਗੇ ਚੰਦਨ ਸਬਰਵਾਲ ਦੇ ਨਾਲ। ਸੋ ਚੰਦਨ ਸਬਰਵਾਲ ਅੱਜ ਸਾਨੂੰ ਪਰਿਵਾਰਕ ਕਾਨੂੰਨ ਦੇ ਵਿੱਚ ਕੀ ਤਬਦੀਲੀਆਂ ਆ ਰਹੀਆਂ ਨੇ, ਸਰੀ ਕੋਰਟ ਹਾਊਸ ਇਹਨਾਂ ਤਬਦੀਲੀਆਂ ਦਾ ਕਿਵੇਂ ਧਿਆਨ ਰੱਖ ਰਹੀ ਹੈ, ਕਿਵੇਂ ਇਹਨਾਂ ਨੂੰ ਇੰਪਲੀਮੈਂਟ ਕਰ ਰਹੀ ਹੈ, ਉਹਦੇ ਬਾਰੇ ਚ ਦੱਸਣਗੇ। ਸੋ ਸਵਾਗਤ ਹੈ ਤੁਹਾਡਾ ਚੰਦਨ ਜੀ। ਮੈਂ ਤੁਹਾਡੇ ਨਾਲ ਇਸੇ ਤਰ੍ਹਾਂ ਬਣੀ ਰਹਾਂਗੀ। ਥੈਂਕ ਯੂ ਸੋ ਮਚ ਬਲਜਿੰਦਰ ਜੀ। ਚੰਦਨ ਸਬਰਵਾਲ ਜੀ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਇਸ ਸੰਬੰਧੀ ਗੱਲਾਂ ਕਰਾਂਗੇ। ਬਲਜਿੰਦਰ ਜੀ ਬਹੁਤ ਸ਼ੁਕਰੀਆ ਤੁਹਾਡਾ ਨਾਲ ਬਣੇ ਰਹਿਣ ਦੇ ਲਈ। ਸੋ ਬਲਜਿੰਦਰ ਕੌਰ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨਾਲ ਤਮਾਮ ਗੱਲਾਂ ਜਿਹੜੀਆਂ ਨੇ ਪਰਿਵਾਰਕ ਕਾਨੂੰਨ ਨੂੰ ਲੈ ਕੇ ਸਾਂਝੀਆਂ ਹੋ ਰਹੀਆਂ ਸੀਗੀਆਂ। ਫੈਮਿਲੀ ਲਾਅ ਜਿਹੜਾ ਹੁੰਦਾ ਕੀ ਹੈ, ਉਸ ਦੇ ਵਿੱਚ ਕੀ ਤਬਦੀਲੀਆਂ ਜਿਹੜੀਆਂ ਉਹ ਆਉਂਦੀਆਂ ਨੇ।
ਪਿਛਲੇ ਹਫਤੇ ਅਸੀਂ ਬਾਰੀਕੀ ਦੇ ਵਿੱਚ ਗਏ ਸੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਫੈਮਿਲੀ ਲਾਅ ਦੇ ਵਿੱਚ ਕੀ ਕੀ ਚੀਜ਼ਾਂ ਨੇ। ਅੱਜ ਗੱਲ ਕਰਨ ਜਾ ਰਹੇ ਹਾਂ ਪ੍ਰੋਵਿੰਸ਼ੀਅਲ ਕੋਰਟ ਰੂਲ ਦੀ, ਕਿ ਪ੍ਰੋਵਿੰਸ਼ੀਅਲ ਕੋਰਟ ਰੂਲ ਜਿਹੜਾ ਉਹ ਕੰਮ ਕਿਵੇਂ ਕਰਦਾ, ਉਹ 'ਚ ਕੀ ਕੀ ਤਬਦੀਲੀਆਂ ਆਈਆਂ ਨੇ ਤੇ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਜਿਹੜੀਆਂ ਨੇ ਸਮੇਂ-ਸਮੇਂ ਦੇ ਮੁਤਾਬਕ ਜਿਹੜੀਆਂ ਨੇ ਲੋਕਾਂ ਨੇ ਵੀ ਡਿਮਾਂਡ ਕੀਤੀ ਕਿ ਇਹਨਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਆਉਣਾ ਜਿਹੜਾ ਜ਼ਰੂਰੀ ਹੈ। ਸੋ ਚੰਦਨ ਸੱਭਰਵਾਲ ਸਾਡੇ ਨਾਲ ਜੁੜਨ ਜਾ ਰਹੇ ਨੇ। ਚੰਦਨ ਸੱਭਰਵਾਲ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ। ਚੰਦਨ ਜੀ, ਬਹੁਤ-ਬਹੁਤ ਜੀ ਸਵਾਗਤ ਹੈ ਤੁਹਾਡਾ ਚੈਨਲ ਪੰਜਾਬੀ ਤੇ ਐਂਡ ਹੈਪੀ ਲੋਹੜੀ। ਔਰ ਕੁਝ ਹੀ ਸਮੇਂ ਦੇ ਵਿੱਚ ਚੰਦਨ ਸੱਭਰਵਾਲ ਸਾਡੇ ਨਾਲ ਜੁੜਨ ਜਾ ਰਹੇ ਨੇ। ਮੈਂ ਇਸ ਤੋਂ ਪਹਿਲਾਂ ਇਹ ਦੱਸਦਾ ਕਿ ਜਿਹੜੇ ਸਾਡੇ ਦਰਸ਼ਕ ਨੇ, ਜਿਹੜੇ ਖਾਸ ਤੌਰ ਦੇ ਉੱਤੇ ਪਰਿਵਾਰਕ ਲਾਅ ਬਾਰੇ ਖੁਦ ਵੀ ਬਹੁਤ ਜਾਣਨਾ ਚਾਹੁੰਦੇ ਨੇ ਕਿ ਪਰਿਵਾਰਕ ਲਾਅ ਜਿਹੜਾ ਉਹ ਕੰਮ ਕਿਵੇਂ ਕਰਦਾ ਹੈ। ਯਕੀਨਨ ਕਈ ਵਾਰੀ ਨੌਲੇਜ ਦੀ ਜਦੋਂ ਘਾਟ ਹੁੰਦੀ ਹੈ ਤਾਂ ਪਰਿਵਾਰਕ ਲਾਅ ਜਿਹੜੇ ਹੁੰਦੇ ਨੇ, ਫੈਮਿਲੀ ਲਾਅ ਜਿਹੜਾ ਹੁੰਦਾ ਉਹਦੇ ਸੰਬੰਧੀ ਕਈ ਗਲਤੀਆਂ ਸਾਡੇ ਕੋਲ ਹੋ ਜਾਂਦੀਆਂ ਨੇ, ਜਿਹਦੇ ਵਿੱਚ ਕਈ ਵਾਰੀ ਕਿਸੇ ਵੀ ਤਰ੍ਹਾਂ ਦਾ ਬੱਚੇ ਦੀ ਕਸਟਡੀ ਦਾ ਕੇਸ ਹੈ, ਮਾਪਿਆਂ ਦੇ ਡਿਵੋਰਸ ਕੇਸ ਨੇ, ਜਾਂ ਫਿਰ ਪ੍ਰੋਪਰਟੀ ਦਾ ਮਸਲਾ ਹੈਗਾ। ਪਰਿਵਾਰਾਂ ਦੇ ਵਿੱਚ ਕਈ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨੁਕਤਿਆਂ ਦੇ ਉੱਤੇ ਖਿਆਲ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਉਹ ਕਿਵੇਂ ਕੰਮ ਕਰਨਗੇ। ਇਸ ਸੰਬੰਧੀ ਜਦੋਂ ਸਾਨੂੰ ਘਾਟ ਹੁੰਦੀ ਹੈ ਤਾਂ ਕਈ ਵਾਰੀ ਉਹ ਸਾਨੂੰ ਪੁੱਠਾ ਵੀ ਪੈ ਜਾਂਦਾ ਹੈ, ਉਹ ਕੇਸ ਦੇ ਵਿੱਚ ਅਸੀਂ ਉਲਝੇ ਵੀ ਰਹਿ ਜਾਂਦੇ ਹਾਂ, ਜਿਹਦੇ ਸੰਬੰਧੀ ਸਾਨੂੰ ਵਕੀਲਾਂ ਦੀ ਲੋੜ ਹੁੰਦੀ ਹੈ। ਔਰ ਵਕੀਲ ਵੀ ਉਹ ਜਿਹੜੇ ਸਾਨੂੰ ਸਹੀ ਸਲਾਹ ਦੇਣ, ਸਹੀ ਗਾਈਡੈਂਸ ਦੇਣ। ਸੋ ਜਿਵੇਂ ਕਿ ਬਲਜਿੰਦਰ ਕੌਰ ਗਿੱਲ ਜੀ ਪਹਿਲਾਂ ਦੱਸ ਰਹੇ ਸੀਗੇ ਵੀ ਚੰਦਨ ਸੱਭਰਵਾਲ ਪੰਜਾਬੀ ਬੋਲਣ ਵਾਲੇ ਜਿਹੜੇ ਨੇ ਉਹ ਵਕੀਲ ਨੇ, ਜਿਹਦੇ ਨਾਲ ਕਾਫੀ ਹੈਲਪ ਮਿਲ ਜਾਂਦੀ ਹੈ, ਕਿਉਂਕਿ ਜਦੋਂ ਕਮਿਊਨਿਟੀ ਦੇ ਕੇਸਿਸ ਹੁੰਦੇ ਨੇ ਪਰਿਵਾਰਾਂ ਦੇ ਤਾਂ ਉਦੋਂ ਪੰਜਾਬੀ ਬੋਲਣ ਵਾਲੇ ਜਿਹੜੇ ਨੇ, ਆਪਣੀ ਲੈਂਗੁਏਜ ਵਾਲੇ ਜਿਹੜੇ ਨੇ, ਉਹ ਵਕੀਲ ਕਾਫੀ ਹੱਦ ਤੱਕ ਮਦਦ ਜਿਹੜੀ ਹੈ ਉਹ ਕਰ ਪਾਉਂਦੇ ਨੇ। ਸੋ ਚੰਦਨ ਸੱਭਰਵਾਲ ਸਾਡੇ ਨਾਲ ਜੁੜ ਚੁੱਕੇ ਨੇ। ਚੰਦਨ, ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ ਐਂਡ ਹੈਪੀ ਲੋਹੜੀ। ਥੈਂਕ ਯੂ ਸੋ ਮਚ ਸ਼ੈਰੀ ਜੀ ਐਂਡ ਬਲਜਿੰਦਰ ਜੀ, ਮੈਨੂੰ ਫਿਰ ਤੋਂ ਇੱਥੇ ਸੱਦਾ ਦੇਣ ਵਾਸਤੇ। ਸਾਰੇ ਦੇਖਣ ਵਾਲਿਆਂ ਨੂੰ ਤੇ ਤੁਹਾਨੂੰ ਵੀ ਹੈਪੀ ਲੋਹੜੀ, ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਚੰਦਨ ਜੀ, ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀਗੀ, ਕੁਝ ਨੁਕਤਿਆਂ ਤੇ ਸਾਡੀ ਗੱਲ ਹੋਈ ਸੀ ਕਿ ਪਿਛਲੇ ਹਫਤੇ। ਇਸ ਵਾਰ ਪ੍ਰੋਵਿੰਸ਼ੀਅਲ ਕੋਰਟ ਰੂਲ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਫੈਮਿਲੀ ਲਾਅ ਦੇ ਵਿੱਚ। ਸੋ ਪ੍ਰੋਵਿੰਸ਼ੀਅਲ ਕੋਰਟ ਰੂਲ ਜਿਹੜਾ ਉਹ ਕੀ ਹੁੰਦਾ ਹੈ, ਕਿਵੇਂ ਕੰਮ ਕਰਦਾ, ਇਸ ਸੰਬੰਧੀ ਜਾਣਕਾਰੀ ਚਾਹੁੰਦੇ ਹਾਂ। ਜ਼ਰੂਰ ਜੀ। ਸੋ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ, ਜਿਸ ਤਰ੍ਹਾਂ ਆਪਾਂ ਲਾਸਟ ਵੀਕ ਵੀ ਗੱਲ ਕੀਤੀ ਸੀ, ਪਿਛਲੇ ਹਫਤੇ ਗੱਲ ਕੀਤੀ ਸੀ, ਇਸ ਕੋਰਟ ਦੇ ਵਿੱਚ ਫੈਮਿਲੀ ਲਾਅ ਦੇ ਮੁਤਲਕ ਆਪਾਂ ਬੱਚਿਆਂ ਦੀ ਜਿਹੜੀ ਦੇਖ ਰੇਖ ਹੈ, ਬੱਚਿਆਂ ਦੇ ਕਿਹਦੇ ਕੋਲ ਰਹਿਣਾ, ਬੱਚਿਆਂ ਦੀ ਜ਼ਿੰਮੇਵਾਰੀ ਕਿਸ ਪੇਰੈਂਟ ਨੇ ਲੈਣੀ ਹੈ, ਇੱਕ ਵਾਰੀ ਉਹ ਸੈਪਰੇਟ ਹੋ ਗਏ, ਬੱਚਿਆਂ ਦੇ ਲਈ ਜਿਹੜਾ ਖਰਚਾ ਹੈ ਔਰ ਜਿਹੜਾ ਦੂਸਰੇ ਸਪਾਊਸ ਵਾਸਤੇ ਖਰਚਾ ਹੈ, ਉਹ ਕੇਸ ਦਰਜ ਹੁੰਦੇ ਨੇ। ਔਰ ਪ੍ਰੋਵਿੰਸ਼ੀਅਲ ਕੋਰਟ ਦੇ ਜਿਹੜੇ ਫੈਮਿਲੀ ਰੂਲਸ ਨੇ ਉਹ ਆਪਾਂ ਨੂੰ ਇਹ ਦੱਸਦੇ ਨੇ ਕਿ ਕੋਈ ਵੀ ਜਿਹੜਾ ਕੇਸ ਦਰਜ ਹੁੰਦਾ ਹੈ ਉਹ ਕਿਸ ਰਸਤੇ 'ਚ ਆਏਗਾ, ਉਹਦੀ ਕੀ ਪ੍ਰੋਸੈਸ ਹੈ, ਉਹਦੀ ਕਾਰਵਾਈ ਕਿਵੇਂ ਹੋਏਗੀ। ਸੋ ਉਹ ਰੂਲਸ ਜਿਹੜੇ ਨੇ ਉਹ ਚੇਂਜ ਹੋਏ ਨੇ। ਸਰੀ ਦੀ ਰਜਿਸਟਰੀ ਬਹੁਤ ਬਿਜ਼ੀ ਰਜਿਸਟਰੀ ਹੈ, ਵਨ ਆਫ ਦ ਬਿਜ਼ੀਐਸਟ ਰਜਿਸਟਰੀਜ਼ ਹੈ ਆਪਣੇ ਪ੍ਰਾਂਤ ਦੇ ਵਿੱਚ, BC ਦੇ ਵਿੱਚ। ਤੇ ਇੱਥੇ ਇੱਕ ਪਾਇਲਟ ਪ੍ਰੋਜੈਕਟ ਜਿਹੜਾ ਹੈ ਉਹ ਸ਼ੁਰੂ ਕੀਤਾ ਗਿਆ ਹੈ। ਪਾਇਲਟ ਪ੍ਰੋਜੈਕਟ ਦੇ ਅਧੀਨ ਕੇਸ ਕਿਵੇਂ ਦਰਜ ਕੀਤੇ ਜਾਂਦੇ ਨੇ, ਫੈਮਿਲੀ ਲਾਅ ਦੇ ਕੇਸ, ਉਹਨਾਂ ਦੇ ਵਿੱਚ ਤਬਦੀਲੀ ਆਈ ਹੈ। ਸੋ ਜਿਸ ਤਰ੍ਹਾਂ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਕਿ ਹੁਣ ਜਿਹੜੇ ਰੂਲ ਨਵੇਂ ਆਏ ਨੇ ਉਹਨਾਂ ਦੇ ਮੁਤਾਬਿਕ ਪਹਿਲਾ ਸਟੈਪ ਜਿਹੜਾ ਹੁੰਦਾ ਹੈ ਉਹ ਹੈ ਕਿ ਦੋਨੋਂ ਧਿਰਾਂ ਨੇ ਜਿੰਨੇ ਵੀ ਕੇਸ ਸ਼ੁਰੂ ਕਰਨਾ ਹੈ ਉਹਨੂੰ ਪਹਿਲੇ ਜਿਹੜਾ ਕੇਸ ਹੈ ਉਹਦਾ ਨੋਟਿਸ ਟੂ ਰਿਜ਼ੋਲਵ ਦੂਜੀ ਪਾਰਟੀ ਨੂੰ ਦੇਣਾ ਪੈਂਦਾ ਹੈ। ਇਹਦਾ ਮਤਲਬ ਹੈ ਤੁਸੀਂ ਦੂਸਰੀ ਪਾਰਟੀ ਨੂੰ ਇਹ ਨੋਟਿਸ ਦੇ ਰਹੇ ਹੋ ਕਿ ਅਸੀਂ ਸੈਪਰੇਟ ਹੋ ਚੁੱਕੇ ਹਾਂ ਔਰ ਜਿਹੜੇ ਵੀ ਸਾਡੇ ਮੁੱਦੇ ਨੇ, ਮਸਲੇ ਨੇ, ਉਹ ਅਸੀਂ ਰਲ ਮਿਲ ਕੇ ਕੋਰਟ ਤੋਂ ਬਾਹਰ ਅਗਰ ਉਹਨਾਂ ਨੂੰ ਆਪਾਂ ਰਿਜ਼ੋਲਵ ਕਰ ਸਕਦੇ, ਉਹਨਾਂ ਨੂੰ ਸੁਲਝਾ ਸਕਦੇ ਹਾਂ ਤੇ ਆਪਾਂ ਉਹਨਾਂ ਨੂੰ ਸੁਲਝਾਈਏ। ਤੇ ਉਸ ਨੋਟਿਸ ਮਿਲਣ ਤੋਂ ਬਾਅਦ ਫਿਰ ਜਿਹੜੀ ਹੈ ਕਾਰਵਾਈ ਸ਼ੁਰੂ ਹੁੰਦੀ ਹੈ। ਫੈਮਿਲੀ ਜਸਟਿਸ ਕਾਉਂਸਲਰ, ਜੋ ਕਿ ਇੱਕ ਫ੍ਰੀ ਸਰਵਿਸ ਹੈ, ਇੱਕ ਮੁਫਤ ਸਰਵਿਸ ਪ੍ਰੋਵਾਈਡ ਕਰਦੇ ਨੇ, ਕਿ ਦੋਨਾਂ ਧਿਰਾਂ ਦੀ ਅਗਰ ਆਪਸੀ ਰਜ਼ਾਮੰਦੀ ਦੇ ਨਾਲ ਕੋਈ ਵੀ ਫੈਸਲਾ ਹੁੰਦਾ ਹੈ ਤੇ ਉਹ ਫੈਸਲੇ ਨੂੰ ਉਹ ਲਿਖ ਦਿੰਦੇ ਨੇ। ਉਹਨੂੰ ਇੱਕ ਫੈਸਲਾ ਜਿਹੜਾ ਉਹ ਕਰਦੇ ਨੇ, ਜਿਹੜੀ ਰਜ਼ਾਮੰਦੀ ਉਹਨਾਂ ਦੀ ਹੁੰਦੀ ਜਿਹੜੀ ਮੁੱਦਿਆਂ ਤੇ, ਉਹਨਾਂ ਨੂੰ ਲਿਖਤੀ ਕਰਕੇ ਤੇ ਫਿਰ ਕੋਰਟ ਦੇ ਵਿੱਚ ਉਹਨੂੰ ਫਾਈਲ ਕਰ ਦਿੰਦੇ ਨੇ। ਸੋ ਤੁਹਾਡਾ ਜਿਹੜਾ ਹੈ ਮਸਲਾ ਉਸ ਸਟੇਜ ਤੇ ਵੀ ਸੁਲਝ ਸਕਦਾ ਹੈ। ਔਰ ਦੋਨੋਂ ਜਿਹੜੇ ਮਾਪਿਓ ਹੁੰਦੇ ਨੇ ਉਹਨਾਂ ਨੂੰ ਪੈਰੈਂਟਿੰਗ ਆਫਟਰ ਸੈਪਰੇਸ਼ਨ ਮਤਲਬ ਇੱਕ ਕੋਰਸ ਹੈ ਜਿਸ ਦੇ ਵਿੱਚ ਦੱਸਿਆ ਜਾਂਦਾ ਹੈ, ਔਰ ਇਹ ਫ੍ਰੀ ਕੋਰਸ ਹੈ, ਪੰਜਾਬੀ ਲੈਂਗੁਏਜ ਦੇ ਵਿੱਚ ਵੀ ਦਿੱਤਾ ਜਾਂਦਾ ਹੈ, ਕਿ ਤੁਸੀਂ
ਸੈਪਰੇਟ ਹੋ ਗਏ ਹੋ, ਤੁਸੀਂ ਅਲੱਗ-ਅਲੱਗ ਹੋ ਗਏ ਹੋ, ਲੇਕਿਨ ਤੁਹਾਡੇ ਬੱਚਿਆਂ ਦੇ ਪ੍ਰਤੀ ਜੋ ਫਰਜ਼ ਨੇ ਉਹ ਤੁਸੀਂ ਕਿਵੇਂ ਨਿਭਾਉਣੇ ਨੇ, ਔਰ ਕਿਹੜੀਆਂ ਚੀਜ਼ਾਂ ਦੀ ਹਦਾਇਤ ਤੁਹਾਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਕੀ ਤੁਹਾਨੂੰ ਕਰਨਾ ਚਾਹੀਦਾ ਹੈ ਔਰ ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਇਹ ਦੋ ਚੀਜ਼ਾਂ ਤੁਸੀਂ ਕਰੋਗੇ, ਅਗਰ ਤੇ ਤੁਹਾਡਾ ਕੇਸ ਸੁਲਝ ਜਾਂਦਾ ਹੈ ਆਲ ਵੈਲ ਐਂਡ ਗੁੱਡ। ਅਗਰ ਨਹੀਂ ਸੁਲਝਦਾ ਦੈਨ ਤੁਸੀਂ ਕੋਰਟ ਦੇ ਵਿੱਚ ਆਪਣੀ ਫਾਰਮਲ ਐਪਲੀਕੇਸ਼ਨ ਜਿਹੜੀ ਹੈ ਉਹ ਦਰਜ ਕਰਵਾਓਗੇ, ਔਰ ਤੁਸੀਂ ਕੋਰਟ ਨੂੰ ਇਹ ਦੱਸੋਗੇ ਕਿ ਅਸੀਂ ਕੋਰਟ ਤੋਂ ਬਾਹਰ ਰਜ਼ਾਮੰਦੀ ਦੇ ਨਾਲ ਇੱਕ ਦੂਜੇ ਦੇ ਨਾਲ ਆਪਣੇ ਮਸਲੇ ਜਿਹੜੇ ਉਹ ਸੁਲਝਾਉਣ ਦੀ ਕੋਸ਼ਿਸ਼ ਤਾਂ ਕੀਤੀ ਹੈ, ਲੇਕਿਨ ਅਸੀਂ ਕਾਮਯਾਬ ਨਹੀਂ ਹੋਏ। ਸੋ ਇਸ ਕਰਕੇ ਅਸੀਂ ਹੁਣ ਕੋਰਟ ਦੀ ਦਰਵਾਜ਼ੇ ਤੇ ਆਏ ਹਾਂ, ਸਾਨੂੰ ਕਿਸੇ ਜੱਜ ਦੀ ਮਦਦ ਦੀ ਲੋੜ ਹੈ। ਤੇ ਲਾਸਟ ਟਾਈਮ ਆਪਾਂ ਇਹ ਵੀ ਗੱਲ ਕੀਤੀ ਸੀ, ਪਰ ਆਪਾਂ ਬਿਲਕੁਲ ਡਿਟੇਲ ਦੇ ਵਿੱਚ ਨਹੀਂ ਸੀ ਕੀਤੀ, ਕਿ ਅਗਰ ਕਿਸੇ ਵੀ ਫੈਮਿਲੀ ਦੇ ਵਿੱਚ, ਪਰਿਵਾਰ ਦੇ ਵਿੱਚ ਅਗਰ ਕੋਈ ਹਿੰਸਾ ਹੋਈ ਹੋਵੇ, ਵਾਇਲੈਂਸ ਹੋਇਆ ਹੋਵੇ, ਤੇ ਫਿਰ ਉਸ ਸਥਿਤੀ ਦੇ ਵਿੱਚ ਕੀ ਕਰਨਾ ਚਾਹੀਦਾ ਹੈ। ਕਿਉਂਕਿ ਉਸ ਸਥਿਤੀ ਦੇ ਵਿੱਚ ਅਗਰ ਆਪਾਂ ਕਹੀਏ ਕਿ ਅਸੀਂ ਇੱਕ ਦੂਜੇ ਨਾਲ ਬੈਠ ਕੇ ਰਜ਼ਾਮੰਦੀ ਦੇ ਨਾਲ ਕੁਝ ਕਰ ਸਕਦੇ ਹਾਂ, ਤੇ ਉਹ ਕਈ ਵਾਰੀ ਪੋਸੀਬਲ ਨਹੀਂ ਹੁੰਦਾ, ਕਿਉਂਕਿ ਹਿੰਸਾ ਹੋਈ ਹੁੰਦੀ ਹੈ, ਔਰ ਕਈ ਵਾਰੀ ਦੂਸਰੀ ਪਾਰਟੀ ਤੇ ਲੈਟਸ ਸੇ ਚਾਰजेस ਵੀ ਲੱਗੇ ਨੇ। ਸੋ ਉਸ ਸਥਿਤੀ ਦੇ ਵਿੱਚ ਕੋਰਟ ਦੀ ਜਿਹੜੇ ਰੂਲਸ ਨੇ, ਪ੍ਰੋਵਿੰਸ਼ੀਅਲ ਕੋਰਟ ਦੇ ਰੂਲਸ ਨੇ, ਉਹ ਕਹਿੰਦੇ ਨੇ ਕਿ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੋ ਵਿਦਆਊਟ ਇਹ ਸਾਰਾ ਕੁਝ ਕਰਨ ਤੋਂ, ਮੀਨਸ ਕੋਰਸ ਕਰਨ ਤੋਂ। ਤੁਹਾਨੂੰ ਕੋਰਸ ਫਿਰ ਵੀ ਸ਼ਾਇਦ ਉਹ ਕਹਿਣ ਕਿ ਤੁਸੀਂ ਕਰੋ ਕਿਉਂਕਿ ਉਹ ਬੱਚਿਆਂ ਦੇ ਮੁਤਲਕ ਹੈ, ਲੇਕਿਨ ਤੁਹਾਨੂੰ ਇੱਕ ਦੂਜੇ ਦੇ ਨਾਲ ਬੈਠ ਕੇ ਉਹ ਰਜ਼ਾਮੰਦੀ ਵਾਲੀ ਮੀਟਿੰਗ ਜਿਹੜੀ ਹੈ ਉਹ ਨਹੀਂ ਕਰਨੀ ਪਏਗੀ। ਸੋ ਫॉर ਐਗਜ਼ਾਮਪਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗੀ। ਅਗਰ ਕਿਸੇ ਫੈਮਿਲੀ ਦੇ ਵਿੱਚ ਕੋਈ ਹਿੰਸਾ ਹੋਈ ਹੈ ਔਰ ਜਿਹਦੇ ਤੇ ਤਸ਼ੱਦਦ ਹੋਇਆ ਹੈ ਉਹਨੂੰ ਡਰ ਹੈ ਕਿਸੇ ਕਿਸਮ ਦਾ ਕਿ ਦੂਸਰੀ ਪਾਰਟੀ ਜਿਹੜੀ ਹੈ ਉਹ ਫਿਰ ਤੋਂ ਹਿੰਸਾ ਕਰ ਸਕਦੀ ਹੈ, ਜਾਂ ਅਗਰ ਮੈਂ ਕੇਸ ਸ਼ੁਰੂ ਕੀਤਾ ਤੇ ਉਹ ਮੇਰਾ ਪਿੱਛਾ ਕਰਨਗੇ, ਮੈਨੂੰ ਧਮਕੀਆਂ ਦੇਣਗੇ, ਜਾਂ ਬੱਚੇ ਨੂੰ ਚੱਕ ਕੇ ਵੀ ਲਿਜਾ ਸਕਦੇ ਨੇ, ਬੱਚੇ ਨੂੰ ਕੋਈ ਨੁਕਸਾਨ ਪਹੁੰਚਾ ਸਕਦੇ ਨੇ। ਉਸ ਕੇਸਿਸ ਦੇ ਵਿੱਚ ਅਸੀਂ ਪ੍ਰੋਟੈਕਸ਼ਨ ਆਰਡਰ ਲੈ ਸਕਦੇ ਹਾਂ। ਪ੍ਰੋਟੈਕਸ਼ਨ ਆਰਡਰ ਦਾ ਮਤਲਬ ਹੁੰਦਾ ਹੈ ਕਿ ਇਹੋ ਜਿਹਾ ਇੱਕ ਆਰਡਰ ਕੋਰਟ ਦੇ ਸਕਦੀ ਹੈ ਕਿ ਦੂਸਰੀ ਪਾਰਟੀ ਤੁਹਾਨੂੰ ਕੰਟੈਕਟ ਨਹੀਂ ਕਰ ਸਕਦੀ, ਤੁਹਾਡੇ ਨਜ਼ਦੀਕ ਨਹੀਂ ਆ ਸਕਦੀ, ਔਰ ਇਹ ਵੀ ਕਰ ਸਕਦੇ ਨੇ ਕਿ ਉਹ ਅਗਰ ਤੁਹਾਨੂੰ ਡਰ ਹੈ ਕਿ ਉਹਨਾਂ ਦੇ ਕੋਲ ਕੋਈ ਵੈਪਨਸ ਨੇ, ਕਈਆਂ ਲੋਕਾਂ ਕੋਲ ਗਨ ਲਾਇਸੈਂਸ ਹੁੰਦੇ ਨੇ, ਉਹਨਾਂ ਕੋਲ ਗਨਸ ਹੁੰਦੀਆਂ ਨੇ, ਸੋ ਉਹ ਵੀ ਪ੍ਰੋਹਿਬਿਸ਼ਨ ਉਹਨਾਂ ਤੇ ਲੱਗ ਸਕਦੀ ਹੈ। ਸੋ ਉਸ ਸਥਿਤੀ ਦੇ ਵਿੱਚ ਸਿੱਧੀ ਕੋਰਟ ਨੂੰ ਐਪਲੀਕੇਸ਼ਨ ਕੀਤੀ ਜਾ ਸਕਦੀ ਹੈ ਕਿ ਸਾਨੂੰ ਪ੍ਰੋਟੈਕਸ਼ਨ ਆਰਡਰ, ਯਾਨੀ ਕਿ ਸਾਨੂੰ ਖਤਰਾ ਹੈ, ਸਾਨੂੰ ਤੁਸੀਂ ਇਹੋ ਜਿਹਾ ਇੱਕ ਆਰਡਰ ਦਿਓ ਕਿ ਦੂਸਰੀ ਪਾਰਟੀ ਸਾਡੇ ਨਜ਼ਦੀਕ ਨਾ ਆ ਸਕੇ, ਔਰ ਜਿਹੜੇ ਬੱਚਾ ਹੈ ਉਹਦੇ ਵੀ ਨਜ਼ਦੀਕ ਨਾ ਆ ਸਕਣ, ਅਗਰ ਆਪਾਂ ਨੂੰ ਬੱਚੇ ਦੀ ਸੇਫਟੀ ਵਾਸਤੇ ਵੀ ਡਰ ਹੈ। ਸੋ ਇਹ ਵੀ ਇੱਕ ਐਕਸੈਪਸ਼ਨ ਹੈ ਰੂਲਸ ਦੇ ਅਧੀਨ, ਕਿ ਤੁਸੀਂ ਸਿੱਧਾ ਕੋਰਟ ਦੇ ਵਿੱਚ ਜਾ ਸਕਦੇ ਹੋ। ਜੀ ਹਾਂਜੀ ਜੀ ਚੰਦਨ, ਮੈਨੂੰ ਤੁਹਾਡੇ ਸਵਾਲ ਦੇ ਵਿੱਚ, ਤੁਹਾਡੇ ਜਵਾਬ ਦੇ ਵਿੱਚੋਂ ਮੈਨੂੰ ਇੱਕ ਚੀਜ਼ ਮੈਂ ਗੌਰ ਕਰ ਰਹੀ ਸੀਗੀ। ਜਿਹੜਾ ਅਸੀਂ ਪਹਿਲਾਂ ਦਾ ਸਮਾਂ ਦੇਖਿਆ ਹੋਇਆ, ਪਹਿਲੇ ਦੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਇੱਦਾਂ ਦੇ ਫੈਮਿਲੀ ਝਗੜੇ ਹੋ ਜਾਂਦੇ ਸੀ, ਚਾਹੇ ਉਹ ਪਤੀ ਪਤਨੀ ਦਾ, ਚਾਹੇ ਬੱਚਿਆਂ ਦੀ ਕਸਟਡੀ ਦਾ, ਵਟਐਵਰ ਜਿੱਡੇ ਵੀ ਹੈਗੇ ਨੇ, ਤਾਂ ਉਹ ਤੁਸੀਂ ਗੱਲ ਕਰ ਰਹੇ ਸੀ ਵੀ ਜਿਹੜੇ ਦੋ ਜਣੇ ਆ ਉਹ ਜਦੋਂ ਸਹਿਮਤੀ ਨਹੀਂ ਬਣਾ ਪਾਉਂਦੇ ਤਾਂ ਫਿਰ ਉਸ ਤੋਂ ਬਾਅਦ ਇਹ ਹੁੰਦਾ ਵੀ ਕੋਰਟ ਦਾ ਦਰਵਾਜ਼ਾ ਖਟਕਾਉਣਾ। ਜਦਕਿ ਪਹਿਲਾਂ ਇਹ ਹੁੰਦਾ ਸੀਗਾ, ਪਹਿਲਾਂ ਦੇ ਸਮਿਆਂ ਦੇ ਵਿੱਚ, ਕਿ ਜਦੋਂ ਦੋ ਧਿਰਾਂ ਦੀ ਆਪਸੀ ਸਹਿਮਤੀ ਨਹੀਂ ਹੋ ਪਾ ਰਹੀ ਤਾਂ ਵਿੱਚ ਰਿਸ਼ਤੇਦਾਰ ਜਿਹੜੇ ਨੇ ਉਹ ਪਾਲੇ ਜਾਂਦੇ ਸੀਗੇ, ਜਾਂ ਲੋਕ ਇਕੱਠੇ ਕਰਕੇ ਜਿਹੜੇ ਤੁਹਾਡੇ ਰਿਸ਼ਤੇਦਾਰੀ 'ਚ ਹੁੰਦੇ ਨੇ ਉਹਨਾਂ ਨਾਲ ਮਸਲੇ ਸੁਲਝਾ ਲਏ ਜਾਂਦੇ ਸੀ। ਸਮਾਂ ਇੰਨਾ ਬਦਲ ਚੁੱਕਿਆ ਕਿ ਹੁਣ ਤੀਜੀ ਧਿਰ ਜਿਹੜੀ ਆ ਉਹ ਕੋਰਟ ਕਿਉਂ ਬਣਾਉਣੀ ਪੈਂਦੀ ਹੈ? ਆਪਾਂ ਨੂੰ ਅੱਜ ਸਾਡੇ ਕੋਲ ਫਿਰ ਹੱਲੇ ਵੀ ਇਹ ਹੈ ਗੁੰਜਾਇਸ਼ ਹੈ ਕਿ ਕੋਰਟ ਦੇ ਵਿੱਚ ਇਹ ਨੋਟਿਸ ਜਾਰੀ ਕਰਨ ਤੋਂ ਪਹਿਲੇ ਕਿ ਅਸੀਂ ਕੁਝ ਕੇਸ ਸ਼ੁਰੂ ਕਰਨਾ ਚਾਹੁੰਦੇ ਹੋ, ਤੁਸੀਂ ਹੱਲੇ ਵੀ ਆਪਣੀ ਫੈਮਲੀਜ਼ ਨੂੰ ਵਿੱਚ ਪਾ ਕੇ, ਅਗਰ ਤੁਹਾਨੂੰ ਲੱਗਦਾ ਹੈ ਕਿ ਉਸ ਤਰੀਕੇ ਨਾਲ ਤੁਹਾਡਾ ਸਮਝੌਤਾ ਹੋ ਸਕਦਾ ਹੈ ਕਿਸੇ ਤਰੀਕੇ ਦਾ ਵੀ, ਤੁਸੀਂ ਲਿਖਤੀ ਫਿਰ ਵੀ ਉਹ ਜਿਹੜਾ ਜੋ ਵੀ ਤੁਸੀਂ ਲਿਖਣਾ ਹੈ ਤੁਸੀਂ ਉਹ ਲਿਖਵਾ ਸਕਦੇ ਹੋ ਫੈਮਿਲੀ ਜਸਟਿਸ ਕਾਉਂਸਲਰਸ ਤੋਂ। ਸੋ ਲੈਟਸ ਸੇ ਦੋ ਤਰ੍ਹਾਂ ਦੀ ਸੈਪਰੇਸ਼ਨ ਹੋ ਜਾਂਦੀ ਹੈ ਔਰ ਫੈਮਲੀਜ਼ ਵਿੱਚ ਪੈ ਕੇ ਉਹਨਾਂ ਦਾ ਕੋਈ ਫੈਸਲਾ ਕਰਾ ਦਿੰਦੇ ਆ, ਠੀਕ ਹੈ ਜੀ, ਔਰ ਉਹ ਇਹ ਫੈਸਲਾ ਕਰਦੇ ਨੇ ਕਿ ਬੱਚੇ ਨੇ ਅੱਧਾ ਟਾਈਮ ਇੱਕ ਪੇਰੈਂਟ ਕੋ ਰਹਿਣਾ, ਅੱਧਾ ਟਾਈਮ ਦੂਸਰੇ ਕੋ ਰਹਿਣਾ, ਚਾਈਲਡ ਸਪੋਰਟ ਇੰਨੀ ਦਿੱਤੀ ਜਾਵੇਗੀ।
ਉਹ ਜਿਹੜਾ ਐਗਰੀਮੈਂਟ ਹੈ ਫਿਰ ਤੁਸੀਂ ਫੈਮਿਲੀ ਜਸਟਿਸ ਕਾਉਂਸਲਰ ਦੇ ਆਫਿਸ ਦੇ ਕੋਲ, ਜੋ ਕਿ ਇੱਕ ਫ੍ਰੀ ਇੱਕ ਮੁਫਤ ਸੇਵਾ ਹੈ, ਜੀ ਔਰ ਉਹ ਟ੍ਰੇਨਡ ਮੀਡੀਏਟਰਸ ਨੇ, ਉਹ ਜਿਹੜੇ ਕਾਨੂੰਨੀ ਰਿਕੁਆਇਰਮੈਂਟਸ ਨੇ ਉਹਨਾਂ ਦੇ ਅਧੀਨ ਰਹਿ ਕੇ ਪਾਰਟੀਜ਼ ਵਾਸਤੇ ਉਹ ਐਗਰੀਮੈਂਟ ਨੂੰ ਲਿਖਤੀ ਕਰ ਸਕਦੇ ਨੇ। ਦੋਨੋਂ ਪਾਰਟੀਜ਼ ਉਹਦੇ ਤੇ ਸਾਈਨ ਕਰਨਗੇ ਜੀ ਔਰ ਫਿਰ ਉਹ ਕੋਰਟ ਦੇ ਵਿੱਚ ਦਰਜ ਹੋ ਸਕਦਾ ਹੈ। ਜਾਂ ਅਗਰ ਤੁਹਾਨੂੰ ਕਿਸੇ ਵਕੀਲ ਕੋਲੇ ਜਾ ਕੇ ਤੁਸੀਂ ਉਹ ਲਿਖਵਾਉਣਾ ਚਾਹੁੰਦੇ ਹੋ, ਤੁਸੀਂ ਉਹ ਵੀ ਲਿਖਵਾ ਸਕਦੇ ਹੋ। ਤੁਹਾਡੀ ਇੱਛਾ ਹੈ, ਪਾਰਟੀਜ਼ ਦੀ ਇੱਛਾ ਹੈ ਉਹ ਕਿਵੇਂ ਕਰਨਾ ਚਾਹੁੰਦੇ ਨੇ। ਬਟ ਆਪਣਾ ਕੋਈ ਵੀ ਫੈਸਲਾ ਹੁੰਦਾ ਹੈ, ਅਗਰ ਉਹ ਫੈਮਿਲੀ ਦੇ ਵਿੱਚ ਬੈਠ ਕੇ ਵੀ ਹੁੰਦਾ ਹੈ, ਬੈਸਟ ਇਹ ਹੁੰਦਾ ਹੈ ਕਿ ਉਹਨੂੰ ਆਪਾਂ ਲਿਖ ਲਈਏ। ਕਿਉਂਕਿ ਜਿਹੜੇ ਵਰਬਲ ਐਗਰੀਮੈਂਟ ਹੁੰਦੇ ਨੇ, ਮੂੰਹ ਜ਼ਬਾਨੀ ਐਗਰੀਮੈਂਟ ਹੁੰਦੇ ਨੇ, ਉਹ ਫਿਰ ਕੋਰਟ ਦੇ ਵਿੱਚ ਸਾਬਿਤ ਕਰਨੇ ਬੜੇ ਔਖੇ ਹੋ ਜਾਂਦੇ ਨੇ। ਕਿਉਂਕਿ ਕੁਝ ਪਤਾ ਨਹੀਂ ਕਿ ਅਗਲੇ 6 ਮਹੀਨੇ ਸਾਲ ਦੇ ਵਿੱਚ ਕੀ ਹੋਣਾ ਹੈ। ਜੇ ਤੁਹਾਡੀ ਫਿਰ ਕਿਤੇ ਕੋਈ ਮਨਮਟਾ ਆ ਗਿਆ, ਦੈਨ ਫਿਰ ਤੁਸੀਂ ਉੱਥੇ ਸਟੈਪ 1 ਤੇ ਆ ਜਾਂਦੇ ਹੋ। ਸੋ ਬਿਹਤਰ ਇਹੀ ਹੁੰਦਾ ਹੈ, ਔਰ ਮੇਰੀ ਸਲਾਹ ਹਮੇਸ਼ਾ ਇਹ ਹੁੰਦੀ ਹੈ ਕਿ ਤੁਸੀਂ ਮੂੰਹ ਜ਼ਬਾਨੀ ਦੀ ਬਜਾਏ ਲਿਖਤੀ ਰੂਪ ਦੇ ਵਿੱਚ ਜੋ ਵੀ ਤੁਹਾਡਾ ਫੈਸਲਾ ਹੋਇਆ ਹੈ ਉਹਨੂੰ ਲਿਖਤੀ ਰੂਪ ਦੇ ਵਿੱਚ ਲਿਖੋ ਔਰ ਉਹਨੂੰ ਕੋਰਟ ਦੇ ਵਿੱਚ ਪ੍ਰੋਪਰਲੀ ਦਰਜ ਕਰਾਓ, ਤਾਂ ਕਿ ਕੱਲ ਨੂੰ ਤੁਹਾਨੂੰ ਮੁਸੀਬਤ ਦਾ ਜਾਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਐਸਪੈਸ਼ਲੀ ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਅਗਰ ਲਿਖਤੀ ਹੋਵੇ ਤੇ ਸਾਰਿਆਂ ਨੂੰ ਫਿਰ ਕਲੀਅਰ ਹੁੰਦਾ ਹੈ, ਐਸਪੈਸ਼ਲੀ ਜਿੱਦਾਂ ਬੱਚਿਆਂ ਨੂੰ ਮਿਲਣਾ ਕਦੋਂ ਹੈ, ਕਿਹੜੇ ਦਿਨ, ਦੋਨੋਂ ਪੇਰੈਂਟਸ ਦੇ ਕੋਲ, ਇੱਕ ਪੇਰੈਂਟ ਦੇ ਕੋਲ ਬੱਚੇ ਨੇ ਕਦੋਂ ਜਾਣਾ ਹੈ, ਵਾਪਿਸ ਕਦੋਂ ਆਉਣਾ ਹੈ। ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ, ਬਹੁਤ ਜ਼ਰੂਰੀ ਹੋ ਜਾਂਦੀਆਂ ਨੇ ਕਿ ਇਹ ਲਿਖਤੀ ਹੋਣ ਤੇ ਬੈਸਟ ਹੈ। ਸੋ ਤੁਸੀਂ ਹੱਲੇ ਵੀ ਆਪਣੀ ਫੈਮਲੀਜ਼ ਦੇ ਨਾਲ ਵਿੱਚ ਉਹਨਾਂ ਦੇ ਵਿੱਚ ਪਾ ਕੇ ਕੋਈ ਵੀ ਐਗਰੀਮੈਂਟ, ਕੋਈ ਵੀ ਰਜ਼ਾਮੰਦੀ ਦੇ ਨਾਲ ਇਹ ਚੀਜ਼ਾਂ ਦਾ ਹੱਲ ਕੱਢ ਸਕਦੇ ਹੋ। ਉਹਦੇ 'ਚ ਕੋਈ ਪਾਬੰਦੀ ਨਹੀਂ ਹੈ, ਲੇਕਿਨ ਪਲੀਜ਼ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਤੁਸੀਂ ਜ਼ਰੂਰ ਇੱਕ ਐਗਰੀਮੈਂਟ ਦੇ ਤੌਰ ਤੇ ਬਕਾਇਦਾ ਬਣਵਾਓ ਉਹਨਾਂ ਨੂੰ। ਭਾਵੇਂ ਤੁਸੀਂ ਉਹ ਫੈਮਿਲੀ ਜਸਟਿਸ ਕਾਉਂਸਲਰ ਤੋਂ ਬਣਵਾਓ, ਜੋ ਕਿ ਲਾਈਕ ਆਈ ਸੈਡ ਇੱਕ ਫ੍ਰੀ ਸੇਵਾ ਹੈ ਸਾਡੀ ਗਵਰਨਮੈਂਟ ਦੇ ਥਰੂ। ਔਰ ਅਗਰ ਤੁਸੀਂ ਕਿਸੇ ਵਕੀਲ ਦੇ ਸਲਾਹ ਦੇ ਨਾਲ ਇਹੋ ਜਿਹਾ ਐਗਰੀਮੈਂਟ ਬਣਵਾਉਣਾ ਚਾਹੁੰਦੇ ਹੋ, ਉਹ ਸੁਵਿਧਾ ਵੀ ਤੁਹਾਡੇ ਕੋਲ ਹੈ। ਔਰ ਤੁਸੀਂ ਲੀਗਲ ਏਡ ਦੇ ਥਰੂ ਵੀ ਵਕੀਲ ਲੈ ਸਕਦੇ ਹੋ, ਜੋ ਕਿ ਮੁਫਤ ਵਕੀਲ ਹੈ। ਔਰ ਲੀਗਲ ਏਡ ਦੇ ਆਈ ਥਿੰਕ ਫੋਨ ਨੰਬਰਸ ਜਿਹੜੇ ਨੇ ਤੁਹਾਡੀ ਸਕਰੀਨ ਦੇ ਉੱਤੇ ਵੀ ਦੇਖਣ ਵਾਲਿਆਂ ਵਾਸਤੇ ਹਾਂਜੀ ਉਪਲਬਧ ਨੇ, ਔਰ ਉਹ ਉਹਨਾਂ ਨੂੰ ਨੋਟ ਕਰ ਸਕਦੇ ਨੇ ਔਰ ਲੀਗਲ ਏਡ ਦੀ ਉਹ ਜਿਹੜੀ ਹੈ ਸੇਵਾ ਉਹ ਲੈ ਸਕਦੇ ਨੇ। ਜੀ ਲੀਗਲ ਏਡ BC ਦੇ ਵੱਲੋਂ ਜਿਹੜੀਆਂ ਸੇਵਾਵਾਂ ਨੇ ਪ੍ਰਦਾਨ ਕਰਾਈਆਂ ਜਾਂਦੀਆਂ ਨੇ, ਔਰ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਫ੍ਰੀ ਆਫ ਕਾਸਟ ਹੈਗੀਆਂ, ਕਈ ਸੇਵਾਵਾਂ ਅਜਿਹੀਆਂ ਹੁੰਦੀਆਂ ਨੇ। 2022 ਹੁਣ ਚੜ੍ਹ ਗਿਆ, ਕਈ ਲੋਕਾਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀਗੀ ਚੰਦਨ, ਕਿ ਇਹਨਾਂ ਲਾਅ ਦੇ ਵਿੱਚ ਥੋੜ੍ਹੇ ਬਹੁਤ ਆਸਾਨੀ, ਜਿਹੜੀਆਂ ਗੁੰਝਲਦਾਰ ਚੀਜ਼ਾਂ ਨੇ ਉਹ ਨਿਕਲਣ, ਕਿਉਂਕਿ ਕਈ ਲੋਕਾਂ ਨੂੰ ਬਹੁਤ ਚੱਕਰ ਲਗਾਉਣੇ ਪੈਂਦੇ ਨੇ, ਲੰਬੇ ਲੰਬੇ ਸਮੇਂ ਇੰਤਜ਼ਾਰ ਕਰਨਾ ਪੈਂਦਾ ਹੈ। ਸੋ ਇਸ ਬਾਰੇ ਵੀ ਕੁਛ ਧਿਆਨ ਦਿੱਤਾ ਜਾ ਰਿਹਾ ਲੀਗਲ ਏਡ BC ਦੇ ਵੱਲੋਂ, ਇਸ ਦੇ ਉੱਤੇ ਕੋਈ ਤਵੱਜੋ ਦਿੱਤੀ ਜਾ ਰਹੀ ਹੈ? ਲੀਗਲ ਏਡ BC ਆਈ ਵੁੱਡ ਸੇ ਕਿ ਜਦੋਂ ਕੋਈ ਵੀ ਐਪਲੀਕੇਸ਼ਨ ਉਹਨਾਂ ਨੂੰ ਜਾਂਦੀ ਹੈ, ਸੋ ਜਦੋਂ ਕੋਈ ਵੀ ਉਹਨਾਂ ਨੂੰ ਫੋਨ ਕਰਦਾ ਹੈ, ਤੇ ਪਹਿਲਾਂ ਜਿਹੜੇ ਸਵਾਲ ਹੁੰਦੇ ਨੇ ਉਹਨਾਂ ਨੇ ਇਹ ਤੁਹਾਨੂੰ ਪੁੱਛਣੇ ਹੁੰਦੇ ਨੇ ਕਿ ਤੁਹਾਡੇ ਮੁੱਦੇ ਕੀ ਨੇ, ਮਸਲੇ ਕੀ ਨੇ। ਉਸ ਤੋਂ ਬਾਅਦ ਉਹ ਫਿਰ ਤੁਹਾਡੀ ਇਨਕਮ, ਯਾਨੀ ਕਿ ਤੁਹਾਡੀ ਇਨਕਮ ਕੀ ਹੈ, ਤੁਹਾਡੀ ਕੀ ਤੁਸੀਂ ਵਕੀਲ ਜਿਹੜਾ ਹੈ ਤੁਹਾਨੂੰ ਵਾਕਈ ਫ੍ਰੀ ਦੇ ਵਿੱਚ ਉਪਲਬਧ ਅਗਰ ਉਹ ਕਰ ਸਕਦੇ ਨੇ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ, ਦੈਨ ਉਹ ਕਰਨਗੇ। ਔਰ ਇਹ ਪ੍ਰੋਸੈਸ ਐਕਚੁਅਲੀ ਇਟਸ ਨਾਟ, ਇਹ ਨਹੀਂ ਹੈਗਾ ਕਿ ਬਹੁਤ ਲੰਬਾ ਪ੍ਰੋਸੈਸ ਹੈ। ਅਗਰ ਤੁਸੀਂ ਉਹਨਾਂ ਨੂੰ ਆਪਣਾ ਪੇਪਰ ਵਰਕ ਦੇ ਦਿਓਗੇ ਤੇ ਫਿਰ ਉਹ ਤੁਹਾਡੀ ਐਪਲੀਕੇਸ਼ਨ ਜਿਹੜੀ ਆ ਪ੍ਰੋਸੈਸ ਕਰ ਦਿੰਦੇ ਨੇ। ਔਰ ਈਵਨ ਕੋਵਿਡ ਦੇ ਦੌਰਾਨ ਵੀ ਜਿਹੜੀ ਲੀਗਲ ਏਡ ਦੀਆਂ ਸਰਵਿਸਿਜ਼ ਨੇ ਉਹ ਬਕਾਇਦਾ ਚੱਲਦੀਆਂ ਰਹੀਆਂ ਨੇ। ਉਹਨਾਂ ਦੇ ਵਿੱਚ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਨੇ ਬੰਦ ਕਰਤਾ ਹੈ, ਜਾਂ ਉਹਨਾਂ ਦੇ ਜਿਹੜੇ ਇਨਟੇਕ ਵਰਕਰਸ ਨੇ ਉਹ ਕੰਮ ਕਰਦੇ ਰਹੇ ਨੇ, ਔਰ ਜਿਹੜੇ ਵਕੀਲ ਮਿਲਦੇ ਨੇ ਥਰੂ ਲੀਗਲ ਏਡ ਉਹ ਵੀ ਕੰਮ ਕਰਦੇ ਰਹੇ ਨੇ। ਸੋ ਜਿਹੜੀ ਆਪਣੀ ਪਬਲਿਕ ਹੈ ਉਹਨਾਂ ਨੂੰ ਇਹ ਸੇਵਾ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਜੀ ਚੰਦਨ, ਤੁਹਾਡੇ ਕੋਲ ਵੀ ਜ਼ਾਹਿਰ ਜੀ ਗੱਲ ਹੈ, ਲੋਕੀ ਬਹੁਤ ਸਾਰੇ ਸਵਾਲ ਕਰਦੇ ਹੋਣਗੇ, ਬੜੇ ਤਰ੍ਹਾਂ ਦੀਆਂ ਚੀਜ਼ਾਂ ਹੈ। ਇਹਨਾਂ ਲਾਅ ਦੇ ਵਿੱਚ ਕਿੰਨੀ ਕੁ ਜ਼ਿਆਦਾ ਹੁਣ ਅੱਗੇ ਤਬਦੀਲੀ ਹੋਰ ਦੇਖੀ ਜਾ ਸਕਦੀ ਹੈ? ਸਪੈਸ਼ਲੀ ਕੋਵਿਡ ਜਦੋਂ ਵਾਇਰਸ ਹੋਇਆ ਉਦੋਂ ਬਹੁਤ ਸਾਰੇ ਕੰਮ ਰੁਕ ਗਏ। ਪ੍ਰੋਵਿੰਸ਼ੀਅਲ ਕੋਰਟ ਰੂਲ ਦੇ ਵਿੱਚ ਵੀ ਜਿਹੜੇ ਆ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤਬਦੀਲੀ ਕੀਤੀ ਗਈ ਹੋਣੀ ਹੈ, ਕਿ ਜਿਹੜੀ ਸੁਣਵਾਈ ਆ ਕਿਵੇਂ ਹੋਏਗੀ ਜਾਂ ਕੀ ਕੁਝ ਹੋਏਗਾ, ਉਹਦੇ ਬਾਰੇ ਵੀ ਥੋੜ੍ਹਾ ਜਾਣਨਾ ਚਾਹਾਂਗੇ। ਜ਼ਰੂਰ। ਸੋ ਕੋਵਿਡ ਦੇ ਦੌਰਾਨ ਕੋਰਟਸ ਜਿਹੜੇ ਨੇ ਸਾਡੇ ਪ੍ਰੋਵਿੰਸ਼ੀਅਲ ਕੋਰਟ ਐਜ਼ ਵੈਲ ਐਜ਼ ਸੁਪਰੀਮ ਕੋਰਟ, ਇਹਨਾਂ ਦੀ ਸੁਣਵਾਈ ਰਿਮੋਟਲੀ, ਮੀਨਸ ਫੋਨ ਜਾਂ ਵੀਡੀਓ ਕਾਲ MS Teams ਦੇ ਥਰੂ
ਚੱਲ ਰਹੀਆਂ ਨੇ ਔਰ ਉਹ ਬਕਾਇਦਾ ਚੱਲਦੀਆਂ ਆ ਰਹੀਆਂ ਨੇ। ਕੋਰਟਸ ਨੇ ਐਕਚੁਅਲੀ ਜਦੋਂ ਪਹਿਲਾਂ ਕੋਵਿਡ ਹੋਇਆ ਸੀ, ਪ੍ਰੋਵਿੰਸ਼ੀਅਲ ਕੋਰਟ ਦੀ ਰਜਿਸਟਰੀ ਸਪੈਸ਼ਲੀ ਤੁਸੀਂ ਫਾਈਲ ਜਿਹੜੇ ਡਾਕੂਮੈਂਟ ਫਾਈਲ ਕਰਨੇ ਹੁੰਦੇ ਸੀ, ਤੁਸੀਂ ਉਹਨਾਂ ਨੂੰ ਫੈਕਸ ਵੀ ਕਰ ਸਕਦੇ ਸੀਗੇ। ਔਰ ਕਈ ਰਜਿਸਟਰੀਜ਼ ਦੇ ਵਿੱਚ ਹੱਲੇ ਵੀ ਇਹ ਸਹੂਲੀਅਤ ਹੈ, ਉਹ ਅਲਾਉ ਕਰਦੇ ਨੇ ਔਰ ਕਈ ਚੀਜ਼ਾਂ ਤੁਸੀਂ ਅਪਲੋਡ ਕਰ ਸਕਦੇ ਹੋ ਥਰੂ ਕੋਰਟ ਸਰਵਿਸਿਜ਼ ਆਨਲਾਈਨ। ਸੋ ਕੋਰਟਸ ਦੀ ਜਿਹੜੀ ਸਰਵਿਸਿਜ਼ ਨੇ ਉਹਨਾਂ ਨੇ ਬਹੁਤ ਆਈ ਵੁੱਡ ਸੇ ਤੇਜ਼ੀ ਦੇ ਨਾਲ ਤਬਦੀਲੀ ਲਿਆਂਦੀ ਹੈ ਆਪਣੇ ਸਿਸਟਮਸ ਦੇ ਵਿੱਚ, ਆਪਣੇ ਰੂਲਸ ਦੇ ਵਿੱਚ, ਤਾਂ ਕਿ ਜਿਹੜੀ ਜਨਤਾ ਹੈ ਉਹਨਾਂ ਨੂੰ ਕੋਰਟਸ ਦੀ ਐਕਸੈਸਿਬਿਲਿਟੀ ਸਟਾਪ ਨਾ ਹੋਵੇ, ਮਤਲਬ ਕਿਸੇ ਦਾ ਕੰਮ ਨਾ ਰੁਕੇ। ਥੋੜੀ ਦੇਰ ਵਾਸਤੇ ਆਈ ਵੁੱਡ ਸੇ ਕਿ ਹਾਂ ਬੈਕਲੌਗ ਸੀ, ਕਿਉਂਕਿ ਇੱਕ ਨਵਾਂ ਸਿਸਟਮ ਸੀ, ਸਾਰਿਆਂ ਨੂੰ ਉਹ ਸਿਸਟਮ ਸਮਝਣ ਦੇ ਵਿੱਚ ਤੇ ਉਹਨੂੰ ਯੂਜ਼ ਕਰਨ ਦੇ, ਯੂਟਿਲਾਈਜ਼ ਕਰਨ ਦੇ ਵਿੱਚ ਥੋੜਾ ਸਮਾਂ ਲੱਗਾ, ਲੇਕਿਨ ਹੁਣ ਆਈ ਵੁੱਡ ਸੇ ਕਿ ਸਮੂਥਲੀ ਚੱਲ ਰਿਹਾ ਹੈ। ਕੋਰਟਸ ਜਿਹੜੇ ਨੇ, ਵਕੀਲ ਜਿਹੜੇ ਨੇ, ਜੱਜਿਸ ਜਿਹੜੇ ਨੇ, ਉਹ ਸਾਰੇ ਇਸ ਨਿਊ ਸਿਸਟਮ ਦੇ ਵਿੱਚ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਪਾਂ ਕਿਵੇਂ ਸੁਣਵਾਈਆਂ ਕਰ ਸਕਦੇ ਹਾਂ। ਔਰ ਜਿਹੜੇ ਨਵੇਂ ਰੂਲਸ ਆਏ ਨੇ ਇਹਨਾਂ ਦੇ ਨਾਲ ਇਹ ਤਬਦੀਲੀ ਆਈ ਹੈ ਕਿ ਕੇਸਿਸ ਬਹੁਤ ਸਟ੍ਰੀਮਲਾਈਨ ਹੋ ਗਏ ਨੇ। ਸੋ ਫॉर ਐਗਜ਼ਾਮਪਲ ਇੱਕ ਹੋਰ ਜਿਹੜੀ ਐਕਸੈਪਸ਼ਨ ਹੈਗੀ ਹੈ ਇਹਨਾਂ ਰੂਲਸ ਦੇ ਅਧੀਨ, ਉਹ ਇਹ ਹੈ ਕਿ ਲੈਟਸ ਸੇ ਤੁਹਾਡੇ ਕੋਲ ਆਲਰੇਡੀ ਆਰਡਰ ਜਾਂ ਐਗਰੀਮੈਂਟ ਹੈ ਕਿ ਬੱਚਿਆਂ ਨੂੰ ਇੱਕ ਪੈਰੈਂਟ ਨੇ ਫਰਾਈਡੇ ਤੋਂ ਲੈ ਕੇ ਮੰਡੇ ਤੱਕ ਮਿਲਣਾ ਹੈ, ਠੀਕ ਹੈ ਜੀ, ਇਹ ਤੁਹਾਡੇ ਕੋਲ ਲਿਖਤੀ ਰੂਪ ਦੇ ਵਿੱਚ ਹੈ, ਔਰ ਕਿਸੇ ਵਜ੍ਹਾ ਕਰਕੇ ਜਿਹੜਾ ਤੁਹਾਨੂੰ ਉਹ ਟਾਈਮ ਨਹੀਂ ਦਿੱਤਾ ਜਾ ਰਿਹਾ, ਉਹ ਤੁਹਾਨੂੰ ਨਹੀਂ ਮਿਲ ਰਿਹਾ। ਤੁਹਾਨੂੰ ਇਹ ਸਾਰਾ ਕੁਝ ਸਟ੍ਰੀਮਲਾਈਨ ਕਰਨ ਦੇ ਲਈ ਕੋਰਟ ਨੇ ਇੱਕ ਸਪੈਸ਼ਲ ਐਪਲੀਕੇਸ਼ਨ ਕੀਤੀ ਹੈ, ਐਪਲੀਕੇਸ਼ਨ ਅਬਾਊਟ ਇਨਫੋਰਸਮੈਂਟ, ਕਿ ਤੁਸੀਂ ਸਿਰਫ ਇਨਫੋਰਸ ਕਰਨਾ ਹੈ ਕਿ ਤੁਹਾਡਾ ਆਰਡਰ ਜਿਹੜਾ ਤੁਹਾਡੇ ਕੋਲ ਹੈਗਾ, ਤੁਸੀਂ ਇਹ ਚਾਹੁੰਦੇ ਹੋ ਕਿ ਦੂਸਰੀ ਪਾਰਟੀ ਉਸ ਆਰਡਰ ਤੇ ਅਮਲ ਕਰੇ ਔਰ ਉਹ ਨਹੀਂ ਕਰ ਰਹੇ। ਸੋ ਤੁਹਾਡੀ ਇੱਕ ਐਪਲੀਕੇਸ਼ਨ ਤੁਸੀਂ ਸਬਮਿਸ਼ਨ ਕਰਨੀ ਹੈ, ਕੋਰਟ ਨੇ ਰਿਵਿਊ ਕਰਕੇ ਤੁਹਾਨੂੰ ਡੇਟ ਦੇ ਦੇਣੀ ਹੈ, ਦੂਸਰੀ ਪਾਰਟੀ ਨੂੰ ਨੋਟਿਸ ਜਾਏਗਾ ਔਰ ਦੋਨੋਂ ਪਾਰਟੀਜ਼ ਨੂੰ ਕੋਰਟ ਦੇ ਵਿੱਚ ਆਉਣਾ ਪਏਗਾ। ਸੋ ਰਾਦਰ ਦੈਨ ਕਿ ਤੁਸੀਂ ਸ਼ੁਰੂ ਤੋਂ ਮੀਨਸ ਕਿ ਇੱਕ ਐਪਲੀਕੇਸ਼ਨ ਕਰੋਗੇ ਜੀ, ਫਿਰ ਸਾਰੇ ਸਟੈਪਸ ਕਰੋਗੇ, ਉਹ ਸਾਰਾ ਇਲੀਮੀਨੇਟ ਕਰਕੇ ਉਹਨਾਂ ਨੇ ਇਹਨੂੰ ਸਟ੍ਰੀਮਲਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਕੋਰਟ ਦਾ ਵੀ ਟਾਈਮ ਬਚੇ ਔਰ ਜਿਹੜੇ ਲੋਕ ਕੋਰਟ ਨੂੰ ਜਾ ਰਹੇ ਨੇ, ਜਿਹੜੇ ਇਸ ਸਮੱਸਿਆ ਦੇ ਵਿੱਚ ਨੇ, ਉਹਨਾਂ ਦਾ ਜਿਹੜਾ ਟਾਈਮ ਹੈ ਛੇਤੀ ਤੋਂ ਛੇਤੀ ਉਹਨਾਂ ਦੀ ਸੁਣਵਾਈ ਹੋਵੇ। ਕਿਉਂਕਿ ਕੋਰਟ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਪਹਿਲੇ ਰੂਲਸ ਦੇ ਅਧੀਨ ਔਖਾ ਹੋ ਜਾਂਦਾ ਸੀਗਾ, ਤੁਹਾਨੂੰ ਸ਼ੁਰੂ ਤੋਂ ਇੱਕ ਐਪਲੀਕੇਸ਼ਨ ਕਰਨੀ ਪੈਂਦੀ ਸੀਗੀ, ਫਿਰ ਦੂਜੀ ਪਾਰਟੀ ਨੂੰ ਤੁਸੀਂ ਉਹ ਸਰਵ ਮਤਲਬ ਉਹ ਪੇਪਰ ਪਹੁੰਚਾਓਗੇ, ਫਿਰ ਉਹਨਾਂ ਕੋਲ 30 ਦਿਨ ਹੋਣਗੇ ਉਹਦਾ ਜਵਾਬ ਦੇਣ ਲਈ। ਸੋ ਜਿਹੜੀ ਚੀਜ਼ਾਂ ਉਹ ਸਟ੍ਰੀਮਲਾਈਨ ਕਰ ਸਕਦੇ ਸੀ, ਉਹਨਾਂ ਵਾਸਤੇ ਉਹਨਾਂ ਨੇ ਵੱਖਰੇ ਫਾਰਮਸ ਜਿਹੜੇ ਨੇ ਇਹ ਰੂਲਸ ਦੇ ਅਧੀਨ ਉਹ ਬਣਾਏ ਨੇ। ਔਰ ਇਸ ਜਨਵਰੀ 2022 ਦੇ ਵਿੱਚ ਮੈਂ ਵੀ ਦੱਸਣਾ ਚਾਹਾਂਗੀ ਆਪਣੇ ਦੇਖਣ ਤੇ ਸੁਣਨ ਵਾਲਿਆਂ ਨੂੰ ਕਿ ਕੋਰਟਸ ਦੇ ਜਿਹੜੇ ਪ੍ਰੋਵਿੰਸ਼ੀਅਲ ਕੋਰਟ ਦੇ ਫਾਰਮਸ ਨੇ ਉਹਨਾਂ ਦੇ ਵਿੱਚ ਫਿਰ ਤਬਦੀਲੀ ਲਿਆਂਦੀ ਗਈ ਹੈ। ਸੋ ਅਗਰ ਤੁਸੀਂ ਫਾਰਮਸ ਜਿਹੜੇ ਉਹ ਐਕਸੈਸ ਕਰ ਰਹੇ ਹੋ, ਮੇਕ ਸ਼ੋਰ ਤੁਸੀਂ ਲੇਟੈਸਟ ਫਾਰਮਸ ਐਕਸੈਸ ਕਰੋ, ਨਹੀਂ ਤੇ ਜਦੋਂ ਤੁਸੀਂ ਉਹਨਾਂ ਨੂੰ ਫਿਲ ਇਨ ਕਰਕੇ ਕੋਰਟ ਦੇ ਵਿੱਚ ਜਾਓਗੇ ਤੇ ਉਹ ਫਾਈਲ ਨਹੀਂ ਕਰਨਗੇ ਉਹਨਾਂ ਨੂੰ। ਇਹਦਾ ਪਤਾ ਕਿੱਦਾਂ ਲੱਗੇਗਾ ਚੰਦਨ ਕਿ ਲੇਟੈਸਟ ਫਾਰਮ ਹੈ, ਇਹਦੀ ਜਾਣਕਾਰੀ ਕਿਵੇਂ ਮਿਲਦੀ ਹੈ? ਬਿਲਕੁਲ ਜੀ, ਸੋ ਜਿਹੜੇ ਪ੍ਰੋਵਿੰਸ਼ੀਅਲ ਕੋਰਟ ਦੇ ਫਾਰਮ ਲੇਟੈਸਟ ਫਾਰਮਸ ਹੋਣਗੇ ਉਹ ਉਹਨਾਂ ਦੀ ਵੈਬਸਾਈਟ ਤੇ ਤੁਹਾਨੂੰ ਮਿਲਣਗੇ। ਪ੍ਰੋਵਿੰਸ਼ੀਅਲ ਕੋਰਟ ਵੈਬਸਾਈਟ ਤੇ ਜਾਓਗੇ ਤੇ ਤੁਹਾਨੂੰ ਜਿਹੜੇ ਫਾਰਮਸ ਨੇ ਫੈਮਿਲੀ ਲਾਅ ਦੇ ਅਧੀਨ ਉਹ ਇੱਕ ਸੈਪਰੇਟ ਟੈਬ ਦੇ ਥੱਲੇ ਮਿਲਣਗੇ। ਔਰ ਫਾਰਮਸ ਦੇ ਜਿਹੜੇ ਨਿਚਲਾ ਪੋਰਸ਼ਨ ਹੁੰਦਾ ਹੈ ਨਾ ਉਹਨਾਂ ਦਾ, ਲਾਈਕ ਪੇਪਰ ਤੁਸੀਂ ਪ੍ਰਿੰਟ ਕਰੋਗੇ ਜਾਂ ਦੇਖੋਗੇ ਆਨਲਾਈਨ ਇਨ PDF ਦੇ ਵਿੱਚ ਹੁੰਦੇ ਨੇ, ਉਹਨਾਂ ਦੇ ਬਾਟਮ ਦੇ ਉੱਤੇ ਡੇਟ ਲਿਖੀ ਹੁੰਦੀ ਹੈ ਫਾਰਮ ਦੀ। ਸੋ ਜਿਹੜੇ ਹੁਣ ਨਵੇਂ ਫਾਰਮ ਆਏ ਨੇ ਉਹਨਾਂ ਦੇ ਲਿਖਿਆ ਹੋਏਗਾ 2022 ਔਰ ਜਨਵਰੀ ਲਾਈਕ 01। ਸੋ ਪਲੀਜ਼ ਉਹਦੇ ਤੇ ਵੀ ਗੌਰ ਕਰੋ। ਔਰ ਅਗਰ ਤੁਹਾਡੇ ਕੋਲ ਨਹੀਂ ਐਕਸੈਸ ਹੈਗੀ, ਫॉर ਐਗਜ਼ਾਮਪਲ ਤੁਸੀਂ ਨਹੀਂ ਪ੍ਰਿੰਟ ਕਰ ਸਕਦੇ ਫॉर ਵਟਐਵਰ ਰੀਜ਼ਨ, ਤੁਸੀਂ ਕੋਰਟ ਦੀ ਰਜਿਸਟਰੀ ਵਿੱਚ ਸਿੱਧਾ ਜਾ ਕੇ ਉਹਨਾਂ ਤੋਂ ਫਾਰਮ ਦੀ ਮੰਗ ਕਰ ਸਕਦੇ ਹੋ ਔਰ ਉਹ ਤੁਹਾਨੂੰ ਲੇਟੈਸਟ ਫਾਰਮਸ ਦੇਣਗੇ, ਤਾਂ ਕਿ ਫਿਰ ਤੁਹਾਡੇ ਗੁੰਜਾਇਸ਼ ਨਹੀਂ ਰਹੇਗੀ ਕਿ ਤੁਸੀਂ ਗਲਤ ਫਾਰਮ ਐਕਸੈਸ ਕੀਤਾ। ਬਿਲਕੁਲ ਜੀ। ਸੋ ਅਗਰ ਬਿਲਕੁਲ ਹਾਂਜੀ ਜੀ ਚੰਦਨ ਤੁਸੀਂ ਗੱਲ ਕੰਪਲੀਟ ਕਰ ਸਕਦੇ ਹੋ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਅਗਰ ਤੁਸੀਂ ਲੀਗਲ ਏਡ ਦੇ ਥਰੂ ਜਾਂਦੇ ਹੋ, ਤੁਹਾਨੂੰ ਵਕੀਲ ਮਿਲਦਾ ਹੈ, ਤੇ ਫਿਰ ਉਹ ਵਕੀਲ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੇ ਫਾਰਮਸ ਜਿਹੜੇ ਨੇ ਤੁਹਾਡੇ ਬਿਹਾਫ ਤੇ ਉਹ ਫਿਲ ਇਨ ਕਰਕੇ ਕੋਰਟ ਨੂੰ ਸਬਮਿਟ ਕਰਨਗੇ। ਜੀ
ਚੰਦਨ, ਅਖੀਰ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ, ਸਪੈਸ਼ਲੀ ਜਿਸ ਤਰੀਕੇ ਨਾਲ ਲੀਗਲ ਏਡ BC ਦੇ ਵੱਲੋਂ ਆਪਣੀਆਂ ਸੇਵਾਵਾਂ ਕਾਫੀ ਆਸਾਨ ਕੀਤੀਆਂ ਗਈਆਂ ਨੇ ਤਾਂ ਕਿ ਜਿੰਨਾ ਹੋ ਸਕੇ ਲੋਕਾਂ ਨੂੰ ਵੀ ਮੁਸ਼ਕਿਲ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸੋ ਇਸ ਫੈਮਿਲੀ ਲਾਅ ਨੂੰ ਸਮਝਾਉਣ ਦੇ ਲਈ, ਸਮਝਣ ਦੇ ਲਈ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਆਸਾਨੀ ਲੋਕਾਂ ਲਈ ਕਿਵੇਂ ਹੋ ਸਕਦੀ ਹੈ, ਕੀ ਸਲਾਹ ਦੇਣਾ ਚਾਹੋਗੇ ਉਸ ਸੰਬੰਧੀ? ਬਿਲਕੁਲ ਜੀ। ਸੋ ਲੀਗਲ ਏਡ ਦੀ ਵੈਬਸਾਈਟਸ ਵੀ ਨੇ, ਤੁਸੀਂ ਵੈਬਸਾਈਟ ਤੇ ਜਾ ਕੇ ਵੇਖ ਸਕਦੇ ਹੋ ਇਫ ਤੁਹਾਡੇ ਕੋਲ ਐਕਸੈਸਿਬਿਲਿਟੀ ਹੈਗੀ ਹੈ। ਮਾਈ ਲਾਅ BC, ਉੱਥੇ ਵੀ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਆਨਲਾਈਨ। ਔਰ ਜਿਹੜੇ ਆਪਣੇ ਲੀਗਲ ਏਡ ਦੇ ਸਰੀ ਦੇ ਸਪੈਸ਼ਲੀ ਇਨਟੇਕ ਵਰਕਰਸ ਨੇ, ਉਹ ਪੰਜਾਬੀ ਬੋਲਦੇ ਨੇ। ਸੋ ਇਹ ਸੇਵਾ ਦਾ ਤੁਸੀਂ ਜ਼ਰੂਰ ਜਿਹੜੀ ਹੈ ਇਹਨੂੰ ਯੂਟਿਲਾਈਜ਼ ਕਰੋ ਤਾਂ ਕਿ ਤੁਸੀਂ ਸਹੀ ਸਲਾਹ ਲੈ ਕੇ ਵਕੀਲ ਦੇ ਥਰੂ ਅਗਰ ਇਹ ਕਰ ਸਕੋ। ਲੀਗਲ ਏਡ ਤੁਹਾਨੂੰ ਮਿਲਦੀ ਹੈ, ਤੁਹਾਨੂੰ ਵਕੀਲ ਮਿਲੇਗਾ ਔਰ ਤੁਸੀਂ ਇਹ ਰਿਕੁਐਸਟ ਕਰ ਸਕਦੇ ਹੋ ਕਿ ਤੁਹਾਨੂੰ ਪੰਜਾਬੀ ਸਪੀਕਿੰਗ ਵਕੀਲ ਦਿੱਤਾ ਜਾਵੇ। ਜਾਂ ਅਗਰ ਤੁਹਾਡੇ ਮਾਈਂਡ ਦੇ ਵਿੱਚ ਕੋਈ ਵਕੀਲ ਹੈ, ਤੁਸੀਂ ਲੀਗਲ ਏਡ ਨੂੰ ਕਹਿ ਸਕਦੇ ਹੋ ਕਿ ਮੈਂ ਇਹ ਵਕੀਲ ਦੇ ਕੋਲ ਜਾਣਾ ਚਾਹਾਂਗੀ, ਤੁਸੀਂ ਇਹਨਾਂ ਨੂੰ ਪੁੱਛ ਲਓ ਜਾਂ ਜਾਣਾ ਚਾਹਾਂਗਾ। ਤੁਸੀਂ ਵਕੀਲ ਨੂੰ ਪਲੀਜ਼ ਲੀਗਲ ਏਡ ਅਪਰੋਚ ਕਰਕੇ ਪੁੱਛ ਲਓ ਕਿ ਉਹ ਮੇਰਾ ਕੇਸ ਲੈਣਗੇ ਜਾਂ ਨਹੀਂ। ਸੋ ਪਲੀਜ਼ ਮੇਰੀ ਇਹੀ ਰਿਕੁਐਸਟ ਹੋਏਗੀ ਸਾਰਿਆਂ ਨੂੰ ਕਿ ਇਹ ਸੇਵਾ ਜਿਹੜੀ ਹੈ ਲੀਗਲ ਏਡ ਪ੍ਰਦਾਨ ਕਰਦੇ ਨੇ, ਤੁਸੀਂ ਇਹਨਾਂ ਦੀ ਇਸ ਸੇਵਾ ਦੀ ਜ਼ਰੂਰ ਇਹਦਾ ਫਾਇਦਾ ਉਠਾਓ। ਇਨ ਦਾ ਸੈਂਸ ਕਿ ਤੁਸੀਂ ਕੋਰਟ ਦੇ ਜਿਹੜੇ ਮਸਲੇ ਨੇ, ਅਗਰ ਸਹੀ ਤੁਹਾਨੂੰ ਕਾਨੂੰਨੀ ਸਲਾਹ ਤੁਹਾਨੂੰ ਮਿਲ ਰਹੀ ਹੈ ਔਰ ਮਿਲ ਸਕਦੀ ਹੈ, ਤੇ ਤੁਸੀਂ ਉਹ ਸਲਾਹ ਲੈ ਕੇ ਹੀ ਆਪਣਾ ਕੇਸ ਜਿਹੜਾ ਹੈ ਉਹ ਅੱਗੇ ਵਧਾਓ। ਜੀ ਚੰਦਨ, ਥੈਂਕ ਯੂ ਸੋ ਮਚ ਇਸ ਤਮਾਮ ਟੌਪਿਕ ਦੇ ਉੱਤੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ। ਥੈਂਕ ਯੂ ਸੋ ਮਚ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਚੰਦਨ ਸੱਭਰਵਾਲ ਸਾਡੇ ਨਾਲ ਜੁੜੇ ਹੋਏ ਸੀ, ਗੱਲਬਾਤ ਕਰ ਰਹੇ ਸੀ ਤੇ ਚੰਦਨ ਨੇ ਅੱਜ ਸਾਨੂੰ ਦੱਸਿਆ ਕਿ ਪ੍ਰੋਵਿੰਸ਼ੀਅਲ ਕੋਰਟ ਜਿਹੜਾ ਨਿਯਮ ਹੈ, ਇਹ ਰੂਲ ਹੈ, ਇਹ ਕੀ ਹੁੰਦਾ ਹੈ। ਕਈ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਸਰਚ ਕਰਨ ਦੇ ਵਿੱਚ ਵੀ, ਲੇਟੈਸਟ ਅਪਡੇਟ ਜਿਹੜੇ ਫਾਰਮ ਹੁੰਦੇ ਉਹਨਾਂ ਬਾਰੇ ਨਹੀਂ ਜਾਣਕਾਰੀ ਹੁੰਦੀ, ਪਰ ਉਹਦੇ ਸੰਬੰਧੀ ਸਾਰੀ ਜਾਣਕਾਰੀ ਜਿਹੜੀ ਮੁਹੱਈਆ ਕਰਾਈ ਗਈ ਹੈ। ਔਰ ਲੀਗਲ ਏਡ BC ਦੇ ਜਿਹੜੇ ਨੰਬਰਾਂ 'ਤੇ ਤੁਸੀਂ ਸੰਪਰਕ ਕਰਨਾ, ਉਹ ਵੀ ਇੰਟਰਵਿਊ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਉਹ ਦੋਨੋਂ ਨੰਬਰ ਫਲੈਸ਼ ਕੀਤੇ ਜਾ ਰਹੇ ਨੇ। ਸੋ ਤੁਸੀਂ ਸੰਪਰਕ ਕਰਕੇ ਜਿਹੜੀ ਕੋਈ ਵੀ ਤੁਹਾਡੀ ਪਰੇਸ਼ਾਨੀ ਹੈ ਉਹਨੂੰ ਦੂਰ ਕਰ ਸਕਦੇ ਹੋ। ਸੋ ਇਸ ਤੋਂ ਇਲਾਵਾ ਦਰਸ਼ਕਾਂ ਨੂੰ ਦੱਸਦੀਏ ਕਿ ਲੋਹੜੀ ਹੈ, ਖੁਸ਼ੀਆਂ ਖੇੜਿਆਂ ਦਾ ਤਿਉਹਾਰ ਹੈ, ਖੁਸ਼ੀਆਂ ਨਾਲ ਹੀ ਮਨਾਇਓ ਤੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ, ਨਾ ਕਿ ਖੁਸ਼ੀਆਂ ਦੇ ਨਾਲ ਕਿਸੇ ਨੂੰ ਟੈਨਸ਼ਨ ਹੋਣੀ ਚਾਹੀਦੀ, ਕਿਉਂਕਿ ਸਾਡੇ ਆਲੇ ਦੁਆਲੇ ਜਿਹੜਾ ਖਤਰਾ ਵੀ ਮੰਡਰਾ ਰਿਹਾ। ਸੋ ਕੋਸ਼ਿਸ਼ ਕਰੋ ਕਿ ਉਸ ਵਾਇਰਸ ਤੋਂ ਥੋੜ੍ਹਾ ਜਿਹਾ ਬਚ ਕੇ ਰਹੋ ਔਰ ਕੋਸ਼ਿਸ਼ ਕਰੋ ਜਿੰਨੀ ਜਲਦੀ ਹੋ ਸਕਦਾ ਆਪਣੀ ਬੂਸਟਰ ਸ਼ਾਟਸ ਜਿਹੜੇ ਨੇ ਉਹ ਵੀ ਲਗਵਾਓ ਤੇ ਆਪਣੇ ਆਪ ਨੂੰ ਸੇਫ ਜਿਹੜਾ ਉਹ ਕਰੋ ਤੇ ਦੂਜਿਆਂ ਨੂੰ ਵੀ ਇਜਾਜ਼ਤ ਦਿਓ ਜੀ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।